हाँ जी, सत श्री अकाल जी सारिਆਂ ਨੂੰ। ਕੀ ਹਾਲ ਚਾਲ ਨੇ ਜੀ ਸਾਰਿਆਂ ਦੇ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਕੁ ਦਿਨਾਂ ਤੋਂ ਆਪਾਂ ਨੂੰ ਹਿਟਲਰ ਨੇ ਕਾਫੀ ਤੰਗ ਕੀਤਾ ਹੋਇਆ ਆ। ਸੋ ਪੜ੍ਹਦੀ ਹੈ ਫਿਰ ਅੱਜ ਪੜ੍ਹ ਆਪਾਂ ਹਿਟਲਰ ਦਾ। ਚਲੋ ਠੀਕ ਹੈ, ਜੇ ਤੁਸੀਂ ਕਹਿੰਦੇ ਆ ਤਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹਿਟਲਰ ਦਾ ਭੋਗ ਪਾਉਂਦੇ ਆ। ਇਸ ਤੋਂ ਬਾਅਦ ਆਪਾਂ ਜਿਹੜੀ ਨਵੀਂ ਵੀਡੀਓ ਆ ਉਹ ਨਵੇਂ ਆਗੂ ਤੇ ਨਵੇਂ ਸ਼ਾਸਕ ਦੇ ਨਾਲ ਕਰਾਂਗੇ। ਇਹ ਜਿਹੜਾ ਹੁਣ ਵੀਡੀਓ ਦਾ ਸਿਲਸਿਲਾ ਆ ਇਹ ਤਾਂ ਹੁਣ ਇਦਾਂ ਹੀ ਜਾਰੀ ਰਹੂਗਾ ਜਦ ਤੱਕ ਤੁਹਾਡਾ ਸਾਥ ਤੇ ਪਿਆਰ ਰਹੂਗਾ ਔਰ ਇਸ ਸੀਟ ਦੇ ਵਿੱਚ ਮਾਲਕ ਦੁਆਰਾ ਬਖਸ਼ੇ ਸਾਹ ਰਹਿਣਗੇ, ਉਦੋਂ ਤੱਕ ਆਪਾਂ ਵੀਡੀਓ ਇਦਾਂ ਹੀ ਜਾਰੀ ਰੱਖਣੀ ਆ। ਸੋ ਕਰੀਏ ਫਿਰ ਅੱਜ ਦੀ ਆਪਣੀ ਵੀਡੀਓ ਸ਼ੁਰੂ। ਜਿੱਦਾਂ ਕਿ ਆਪਾਂ ਆਪਣੀਆਂ ਪਿਛਲੀਆਂ 2 ਵੀਡੀਓ ਦੇ ਵਿੱਚ ਦੇਖਿਆ ਸੀ ਕਿ ਹਿਟਲਰ ਦਾ ਜਨਮ ਆਸਟਰੀਆ ਦੇ ਇੱਕ ਛੋਟੇ ਜਿਹੇ ਪਿੰਡ ਬਰਨਿਊ ਦੇ ਵਿੱਚ ਹੁੰਦਾ। ਜਵਾਨੀ ਦੇ ਵਿੱਚ ਉਹ ਆਸਟਰੀਆ ਨੂੰ ਛੱਡ ਕੇ ਜਰਮਨ ਦੇ ਵਿੱਚ ਚਲਿਆ ਜਾਂਦਾ ਆ ਔਰ ਜਰਮਨ ਦੇ ਵਿੱਚ ਉਹ ਫਸਟ ਵਰਲਡ ਵਾਰ ਜਿਹੜੀ ਉਹ ਜਰਮਨ ਦੇ ਵੱਲੋਂ ਲੜਦਾ। ਜਰਮਨ ਦੇ ਹਾਰਨ ਤੋਂ ਬਾਅਦ ਉਹ ਆਪਣਾ ਰੁਖ ਜਿਹੜਾ ਉਹ ਜਰਮਨ ਦੀ ਰਾਜਨੀਤੀ ਦੇ ਵੱਲੋਂ ਕਰ ਲੈਂਦਾ ਆ ਔਰ ਸਨ 1933 ਦੇ ਵਿੱਚ ਪਹਿਲੀ ਵਾਰੀ ਉਹ ਜਰਮਨ ਦਾ ਚਾਂਸਲਰ ਬਣਦਾ। ਇੱਥੋਂ ਹੀ ਜਿਹੜਾ ਹਿਟਲਰ ਉਹਦੇ ਵਿੱਚ ਅਤੇ ਯਹੂਦੀਆਂ ਦੇ ਵਿੱਚ ਜਿਹੜਾ ਤਕਰਾਰ ਆ ਉਹ ਆਪਣੇ ਸਿਖਰ ਦੇ ਉੱਤੇ ਪਹੁੰਚ ਜਾਂਦਾ। ਆਪਣੇ 12 ਸਾਲ ਦੇ ਰਾਜ ਦੇ ਵਿੱਚ ਹਿਟਲਰ 400 ਤੋਂ ਵੱਧ ਕਾਨੂੰਨ ਇਹੋ ਜਿਹਾ ਬਣਾਉਂਦਾ ਕਿ ਜਿਹੜੇ ਯਹੂਦੀਆਂ ਦੇ ਬਿਲਕੁਲ ਖਿਲਾਫ ਜਾਂਦੇ ਆ। ਇਸ ਤੋਂ ਬਾਅਦ ਉਹ ਜਿਹੜਾ ਟ੍ਰੀਟੀ ਆਫ ਵਰਸੇਲਸ, ਜਿਹਨੂੰ ਵਰਸੇਲਸ ਦੀ ਸੰਧੀ ਕਹਿੰਦੇ ਆ, ਉਹਨੂੰ ਭੰਗ ਕਰਦਾ, ਜਿਹਦੇ ਵਿੱਚ ਗਠਬੰਧਨ ਦੇਸ਼ਾਂ ਦੁਆਰਾ ਜਰਮਨ ਦੇ ਉੱਤੇ ਫੌਜ ਜਿਹੜੀ ਰੱਖਣ ਦਾ 1 ਲੱਖ ਤੱਕ ਦਾ ਹੁਕਮ ਜਾਰੀ ਹੁੰਦਾ ਆ, ਜਿਹਨੂੰ ਕਿ ਹਿਟਲਰ ਜਿਹੜਾ ਉਹ ਭੰਗ ਕਰ ਦਿੰਦਾ ਆ ਔਰ 1 ਲੱਖ ਤੋਂ ਵਧਾ ਕੇ ਆਪਣੀ ਫੌਜਾਂ ਦੀ ਨਫਰੀ ਜਿਹੜੀ ਆ ਉਹਨੂੰ 5.5 ਤੋਂ 6 ਲੱਖ ਤੱਕ ਵਧਾ ਦਿੰਦਾ ਹੈ ਔਰ ਆਪਣੀ ਜਿਹੜੀ ਫੌਜ ਹੁੰਦੀ ਆ ਉਹਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰ ਦਿੰਦਾ। ਔਰ ਇਸ ਤੋਂ ਬਾਅਦ ਉਹ ਜਿਹੜਾ ਇੱਕ ਰਾਈਨਲੈਂਡ ਨਾਂ ਦਾ ਸ਼ਹਿਰ ਹੁੰਦਾ ਜੋ ਕਿ ਉਸ ਸਮੇਂ ਫਰਾਂਸ ਦੇ ਅਧੀਨ ਹੁੰਦਾ ਆ, ਉਹਦੇ ਉੱਤੇ ਹਮਲਾ ਕਰਕੇ ਉਹਨੂੰ ਆਪਣੇ ਕਬਜ਼ੇ ਅਧੀਨ ਕਰ ਲੈਂਦਾ। ਉਸ ਤੋਂ ਬਾਅਦ 1936 ਦੇ ਵਿੱਚ ਬਰਲਿਨ ਓਲੰਪਿਕਸ ਸ਼ੁਰੂ ਹੁੰਦੀਆਂ, ਜਿਹਦੇ ਵਿੱਚ ਜਿਹੜਾ ਹਿਟਲਰ ਆ ਉਹ ਆਪਣੀ ਸਾਖ ਸੁਧਾਰਨ ਦਾ ਪੂਰਾ ਯਤਨ ਕਰਦਾ ਔਰ ਇੱਥੋਂ ਤੱਕ ਕਿ ਉਹ ਆਪਣੀ ਸਾਖ ਸੁਧਾਰਨ ਦੇ ਵਿੱਚ ਕਾਮਯਾਬ ਵੀ ਹੋ ਜਾਂਦਾ। ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਹਿਟਲਰ ਦੀ ਪਾਗਲਪਨ ਦਾ ਅਸਲੀ ਦੌਰ। ਇਹ ਤਾਂ ਸੀਗੀ ਜੀ ਆਪਣੀ ਜਿਹੜੇ ਪਿਛਲੀਆਂ 2 ਵੀਡੀਓ ਉਹਨਾਂ ਦਾ ਸਾਰ। ਇੱਥੋਂ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ। ਜਿੱਦਾਂ ਕਿ ਆਪਾਂ ਦੇਖਿਆ ਕਿ ਜਿਹੜੀਆਂ ਬਰਲਿਨ ਓਲੰਪਿਕਸ ਆ ਉਹ ਜਦੋਂ ਖਤਮ ਹੁੰਦੀਆਂ ਉਸ ਤੋਂ ਤੁਰੰਤ ਬਾਅਦ ਜਿਹੜਾ ਹਿਟਲਰ ਆ ਉਹ ਆਪਣਾ ਜਿਹੜਾ ਯੁੱਧ ਨੀਤੀ ਆ ਉਹਨੂੰ ਵਰਤਦਾ ਹੋਇਆ ਸਭ ਤੋਂ ਪਹਿਲਾਂ ਆਪਣਾ ਜਿਹੜਾ ਸ਼ਿਕਾਰ ਹੈ ਜਾਂ ਜਿਹੜਾ ਆਪਣਾ ਹਮਲਾ ਹੈ ਉਹ ਆਸਟਰੀਆ ਦੇਸ਼ ਦੇ ਉੱਤੇ ਕਰਦਾ। ਇਹ ਆਸਟਰੀਆ ਦੇਸ਼ ਉਹੀ ਦੇਸ਼ ਹੁੰਦਾ ਹੈ ਜਿੱਥੇ ਕਿ ਹਿਟਲਰ ਦਾ ਜਨਮ ਹੋਇਆ ਔਰ ਆਪਣੀ ਜਵਾਨੀ ਦੇ ਦਿਨ ਜਿਹੜੇ ਉਹ ਹਿਟਲਰ ਨੇ ਆਸਟਰੀਆ ਦੇ ਵਿੱਚ ਹੀ ਬਤੀਤ ਕੀਤੇ ਹੁੰਦੇ ਆ। ਆਸਟਰੀਆ ਦਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਆ ਉਹਨੂੰ ਉਹ ਆਪਣੇ ਪਹਾੜਾਂ ਦੇ ਘਰ ਦੇ ਵਿੱਚ ਸੱਦਦਾ ਆ ਔਰ ਉੱਥੇ ਉਹਦੀ ਕਾਫੀ ਬੇਇੱਜ਼ਤੀ ਕਰਦਾ ਆ ਔਰ ਉਹਨੂੰ ਇੱਕ ਦਸਤਾਵੇਜ਼ ਸੌਂਪਦਾ ਜਿਹਦੇ ਵਿੱਚ ਕੁਝ ਸ਼ਰਤਾਂ ਹੁੰਦੀਆਂ ਜਿਹੜੀਆਂ ਕਿ ਆਸਟਰੀਆ ਨੂੰ ਮੰਨਣ ਦੇ ਲਈ ਮਜਬੂਰ ਕੀਤਾ ਜਾਂਦਾ। ਆਸਟਰੀਆ ਦੇ ਕੋਲ ਹੋਰ ਤਾਂ ਕੋਈ ਚਾਰਾ ਨਹੀਂ ਹੁੰਦਾ ਕਿਉਂਕਿ ਉਸ ਵਕਤ ਤੱਕ ਜਿਹੜਾ ਜਰਮਨ ਆ ਉਹ ਕਾਫੀ ਵੱਡੇ ਪੱਧਰ ਤੱਕ ਆਪਣੀ ਫੌਜ ਨੂੰ ਐਸਟੈਬਲਿਸ਼ ਕਰ ਲੈਂਦਾ ਆ ਔਰ ਉਹਨੂੰ ਕਾਫੀ ਆਧੁਨਿਕ ਹਥਿਆਰਾਂ ਨਾਲ ਲੈਸ ਕਰ ਲੈਂਦਾ। ਸੋ ਆਸਟਰੀਆ ਜਰਮਨ ਦੇ ਸਾਹਮਣੇ ਕਾਫੀ ਕਮਜ਼ੋਰ ਹੁੰਦਾ, ਇਸ ਲਈ ਉਹਨਾਂ ਨੂੰ ਉਹ ਸ਼ਰਤਾਂ ਮੰਨਣੀਆਂ ਪੈਂਦੀਆਂ। ਪਰ ਜਿਹੜਾ ਹਿਟਲਰ ਹੁੰਦਾ ਹੈ ਉਹਨੂੰ ਓਨੇ ਦੇ ਵਿੱਚ ਸਬਰ ਨਹੀਂ ਆਉਂਦਾ ਔਰ ਉਹ ਫੌਜੀ ਹਮਲਾ ਕਰਕੇ ਆਸਟਰੀਆ ਨੂੰ ਬਿਲਕੁਲ ਨਸਤੋ ਨਾਬੂਦ ਕਰਨਾ ਚਾਹੁੰਦਾ ਹੁੰਦਾ ਕਿਉਂਕਿ ਉਹ ਆਸਟਰੀਆ ਨੂੰ ਇੱਕ ਅਲੱਗ ਦੇਸ਼ ਮੰਨਣ ਦੇ ਤੌਰ ਦੇ ਉੱਤੇ ਤਿਆਰ ਹੀ ਨਹੀਂ ਹੁੰਦਾ। ਉਹ ਆਸਟਰੀਆ ਨੂੰ ਇੱਕ ਜਰਮਨ ਦਾ ਅਲੱਗ ਰਾਜ ਹੀ ਮੰਨਦਾ ਹੁੰਦਾ ਜਾਂ ਕਹਿ ਲਓ ਕਿ ਆਸਟਰੀਆ ਨੂੰ ਜਰਮਨ ਦਾ ਇੱਕ ਹਿੱਸਾ ਮੰਨਦਾ ਹੁੰਦਾ। ਸੋ ਇਸ ਲਈ ਉਹ ਆਸਟਰੀਆ ਦੇ ਉੱਤੇ ਆਪਣਾ ਹੱਕ ਜਤਾਉਂਦਾ ਹੁੰਦਾ। ਸੋ ਜਿਹੜੀ ਆਪਣੀ ਨਵੀਂ ਉਹ ਦਸਤਾਵੇਜ਼ ਜਿਹੜੇ ਘੱਲਦਾ ਆ ਉਹਨਾਂ ਨੂੰ ਮੰਨਣ ਤੋਂ ਰਾਸ਼ਟਰਪਤੀ ਔਰ ਉੱਥੋਂ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਹੱਥ ਖੜੇ ਕਰ ਦਿੰਦੇ ਆ, ਜਿਹਦੇ ਕਰਕੇ ਜਰਮਨ ਨੂੰ ਮੌਕਾ ਮਿਲ ਜਾਂਦਾ ਹੈ ਔਰ ਹਿਟਲਰ ਜਿਹੜਾ ਉਹ ਆਪਣਾ ਫੌਜੀ ਹਮਲਾ ਕਰ ਦਿੰਦਾ। ਭਾਵੇਂ ਉਹਨਾਂ ਦਾ ਵਿਰੋਧ ਨਹੀਂ ਹੁੰਦਾ ਔਰ ਉੱਥੇ ਆਸਟਰੀਆ ਦੇ ਵਿੱਚ ਰਹਿਣ ਵਾਲੇ ਜਰਮਨ ਲੋਕ ਜਿਹੜੇ ਹੁੰਦੇ ਆ ਉਹ ਹਿਟਲਰ ਦਾ ਫੁੱਲਾਂ ਨਾਲ ਸਵਾਗਤ ਕਰਦੇ ਆ। ਆਸਟਰੀਆ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਹਿਟਲਰ ਹੁੰਦਾ ਉਹ ਆਪਣੇ ਪਿੰਡ ਬਰਨਿਊ ਪਹੁੰਚਦਾ ਔਰ ਉਸ ਤੋਂ ਬਾਅਦ ਉਹ ਆਪਣੇ ਜਿਹੜਾ ਲਾਗੇ ਕਸਬਾ ਹੁੰਦਾ ਜਿੱਥੇ ਉਹ ਪੜ੍ਹਿਆ ਲਿਖਿਆ ਹੁੰਦਾ ਲਿੰਜ ਦੇ ਵਿੱਚ ਪਹੁੰਚਦਾ ਔਰ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦਾ। ਉਸ ਤੋਂ ਬਾਅਦ ਉਹ ਆਪਣਾ ਰੁਖ ਜਿਹੜਾ ਉਹ ਆਸਟਰੀਆ ਦੀ ਰਾਜਧਾਨੀ ਵਿਆਨਾ ਵੱਲ ਕਰਦਾ ਔਰ ਉੱਥੋਂ ਦੇ ਇੱਕ ਹੋਟਲ ਇੰਪੀਰੀਅਲ ਬਲੂ ਦੇ ਇੰਪੀਰੀਅਲ ਜਿਹੜਾ ਹੁੰਦਾ ਆ ਉੱਥੇ ਉਹ ਆਪਣਾ ਰਾਤ ਦਾ ਮਹਿਮਾਨ ਬਣਦਾ। ਇਹ ਹੋਟਲ ਜਿਹੜਾ ਇਹ ਉਹੀ ਹੋਟਲ ਹੁੰਦਾ
ਜਿੱਥੇ ਕਿ ਆਪਣੇ ਜਵਾਨੀ ਔਰ ਗਰੀਬੀ ਦੇ ਦਿਨਾਂ ਦੇ ਵਿੱਚ ਜਿਹੜਾ ਹਿਟਲਰ ਹੁੰਦਾ ਇਹਨੇ ਉੱਥੇ ਬਰਫ਼ ਉਠਾਉਣ ਦਾ ਕੰਮ ਕੀਤਾ ਹੁੰਦਾ ਔਰ ਵਾਧੂ ਸਮੇਂ ਦੇ ਵਿੱਚ ਉੱਥੇ ਸਿਕਿਉਰਿਟੀ ਗਾਰਡ ਦਾ ਕੰਮ ਵੀ ਕਰਦਾ ਹੁੰਦਾ। ਉਹੀ ਹੋਟਲ ਹੁੰਦਾ ਜਿੱਥੇ ਕਿ ਹਿਟਲਰ ਨੂੰ ਅੰਦਰ ਜਾਣ ਦਾ ਆਦੇਸ਼ ਨਹੀਂ ਹੁੰਦਾ। ਅੱਜ ਉਸੇ ਹੋਟਲ ਦੇ ਵਿੱਚ ਜਿਹੜਾ ਹਿਟਲਰ ਹੁੰਦਾ ਆ ਉਹ ਇੱਕ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਹਾਜ਼ਰੀ ਲਵਾਉਂਦਾ ਹੁੰਦਾ। ਆਸਟਰੀਆ ਨੂੰ ਆਪਣੇ ਅਧੀਨ ਕਰਨ ਤੋਂ ਬਾਅਦ ਜਿਹੜਾ ਹਿਟਲਰ ਆ ਉਹ ਜਰਮਨ ਚਲਿਆ ਜਾਂਦਾ ਆ ਔਰ ਇੱਕ ਨਵੇਂ ਦੇਸ਼ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਆਪਣੀ ਵਿਉਂਤਬੰਦੀ ਸ਼ੁਰੂ ਕਰ ਦਿੰਦਾ ਔਰ ਇਹ ਜਿਹੜਾ ਨਵਾਂ ਉਹਦਾ ਸ਼ਿਕਾਰ ਬਣਦਾ ਆ ਉਹ ਚੈਕਸਲੋਵਾਕੀਆ ਦੇਸ਼ ਬਣਦਾ। ਚੈਕਸਲੋਵਾਕੀਆ ਜਿਹੜਾ ਦੇਸ਼ ਆ ਉੱਥੇ ਦਾ ਇੱਕ ਸ਼ਹਿਰ ਹੁੰਦਾ ਜਿੱਥੇ ਕਿ ਜਰਮਨ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਹੁੰਦੀ ਆ। ਸੋ ਜਿਹੜਾ ਹਿਟਲਰ ਹੁੰਦਾ ਆ ਉਹ ਉਸ ਜਿਹੜਾ ਸ਼ਹਿਰ ਹੁੰਦਾ ਉਹਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਹੁੰਦਾ। ਸੋ ਇੰਗਲੈਂਡ ਨੂੰ ਵਿੱਚ ਪਾਇਆ ਜਾਂਦਾ। ਇੰਗਲੈਂਡ ਦਾ ਜਿਹੜਾ ਪ੍ਰਧਾਨ ਮੰਤਰੀ ਚੈਂਬਰਲਨ ਹੁੰਦਾ ਉਹ ਪਹਿਲੀ ਵਾਰੀ ਜਰਮਨ ਦੇ ਵਿੱਚ ਪਹੁੰਚਦਾ ਆ ਔਰ ਹਿਟਲਰ ਦੇ ਜਿਹੜਾ ਪਹਾੜੀ ਘਰ ਹੁੰਦਾ ਆ ਉੱਥੇ ਜਾ ਕੇ ਹਿਟਲਰ ਨਾਲ ਮੁਲਾਕਾਤ ਕਰਦਾ ਔਰ ਕਹਿੰਦਾ ਕਿ ਮੈਂ ਤੁਹਾਡੇ ਦੋਨਾਂ ਦੇ ਵਿੱਚ ਵਿਚੋਲਾ ਬਣ ਕੇ ਉਹ ਜਿਹੜਾ ਸ਼ਹਿਰ ਹੈ ਉਹ ਤੈਨੂੰ ਦਬਾਉਣ ਦੇ ਵਿੱਚ ਆਪਣੀ ਪੂਰੀ ਕੋਸ਼ਿਸ਼ ਕਰੂੰਗਾ। ਹਿਟਲਰ ਖੁਸ਼ ਹੋ ਜਾਂਦਾ। ਹਿਟਲਰ ਕਹਿੰਦਾ ਵੀ ਹੋਰ ਮੈਨੂੰ ਕੀ ਚਾਹੀਦਾ, ਜੇਕਰ ਤੂੰ ਮੈਨੂੰ ਉਹ ਸ਼ਹਿਰ ਦਬਾ ਦੇਵੇਂ ਤੇ ਮੈਂ ਜਿਹੜਾ ਉਹ ਚੈਕਸਲੋਵਾਕੀਆ ਦੇ ਉੱਤੇ ਹਮਲਾ ਨਹੀਂ ਕਰੂੰਗਾ। ਸੋ ਦੋਨਾਂ ਦੇ ਵਿੱਚ ਗੱਲਬਾਤ ਖਤਮ ਹੁੰਦੀ ਆ ਔਰ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਹੁੰਦਾ ਆ ਉਹ ਮੁੜ ਕੇ ਆਪਣੇ ਦੇਸ਼ ਆ ਜਾਂਦਾ ਔਰ ਆਣ ਕੇ ਉਹ ਫਰਾਂਸ ਦੇ ਨਾਲ ਗੱਲਬਾਤ ਸ਼ੁਰੂ ਕਰਦਾ ਆ ਔਰ ਦੋਨੇ ਮੰਨ ਜਾਂਦੇ ਆ ਉਸ ਸ਼ਹਿਰ ਨੂੰ ਜਰਮਨ ਨੂੰ ਦੇਣ ਦੇ ਲਈ। ਸੋ ਦੁਬਾਰਾ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਆ ਉਹ ਮਿਊਨਿਕ ਸ਼ਹਿਰ ਦੇ ਵਿੱਚ ਹਿਟਲਰ ਨੂੰ ਜਾ ਕੇ ਮਿਲਦਾ ਔਰ ਇਹ ਖੁਸ਼ਖਬਰੀ ਦਿੰਦਾ। ਜਦ ਨੂੰ ਕਿ ਜਿਹੜਾ ਮੋਰੋ ਹਿਟਲਰ ਆ ਉਹ ਉਹਨੂੰ ਹੋਰ ਸਰਪ੍ਰਾਈਜ਼ ਦਿੰਦਾ ਕਿ ਮੈਂ ਹੁਣ ਜਿਹੜਾ ਇਹ ਸੰਧੀ ਸੀਗੀ ਆਪਣੀ ਇਹ ਖਤਮ ਹੋ ਗਈ ਆ, ਮੈਂ ਚੈਕਸਲੋਵਾਕੀਆ ਦੇ ਉੱਤੇ ਹਮਲਾ ਕਰਨਾ ਹੀ ਕਰਨਾ ਆ ਕਿਉਂਕਿ ਮੈਂ ਜਿਹੜਾ ਹੁਣ ਉਹ ਇਕੱਲੇ ਸ਼ਹਿਰ ਦੇ ਨਾਲ ਨਹੀਂ ਪੂਰੇ ਚੈਕਸਲੋਵਾਕੀਆ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ। ਇਹ ਗੱਲ ਸੁਣ ਕੇ ਜਿਹੜਾ ਪ੍ਰਧਾਨ ਮੰਤਰੀ ਚੈਂਬਰਲੈਨ ਹੁੰਦਾ ਆ ਉਹ ਕਾਫੀ ਘਬਰਾ ਜਾਂਦਾ ਆ ਔਰ ਇਸ ਗੱਲ ਨੂੰ ਆਪਣੀ ਹੇਠੀ ਸਮਝਦਾ ਔਰ ਉਹ ਆਪਣੀ ਬੇਇੱਜ਼ਤੀ ਸਮਝਦਾ ਵਾਪਸ ਮੁੜ ਕੇ ਇੰਗਲੈਂਡ ਚਲਿਆ ਜਾਂਦਾ। ਇੰਗਲੈਂਡ ਦੇ ਲੋਕ ਜਿਹੜੇ ਉਹ ਵੀ ਆਪਣੇ ਪ੍ਰਧਾਨ ਮੰਤਰੀ ਦਾ ਕਾਫੀ ਵਿਰੋਧ ਕਰਦੇ ਆ ਕਿ ਤੈਨੂੰ ਕੀ ਲੋੜ ਪਈ ਸੀ ਵਿੱਚ ਪੈਣ ਦੀ। ਪਰ ਕੀ ਹੁੰਦਾ ਕਿ ਜਿਹੜੇ ਜਰਮਨ ਦੇ ਲੋਕ ਹੁੰਦੇ ਆ ਉਹ ਜਿਹੜੇ ਹਿਟਲਰ ਦੇ ਖਿਲਾਫ ਹੋ ਜਾਂਦੇ ਆ ਔਰ ਉਹ ਕਹਿੰਦੇ ਆ ਕਿ ਜੇਕਰ ਤੈਨੂੰ ਸ਼ਾਂਤੀ ਦੇ ਨਾਲ ਹੀ ਉਹ ਸ਼ਹਿਰ ਮਿਲਦਾ ਤਾਂ ਤੈਨੂੰ ਕੀ ਲੋੜ ਪਈ ਆ ਉਹਦੇ ਉੱਤੇ ਫੌਜੀ ਹਮਲਾ ਕਰਨ ਦੀ। ਸੋ ਇਸ ਲਈ ਤੂੰ ਚੁੱਪਚਾਪ ਜਿਹੜਾ ਜੋ ਕੁਝ ਤੈਨੂੰ ਮਿਲਦਾ ਆ ਉਹ ਲੈ ਲਾ। ਆਪਣੇ ਲੋਕਾਂ ਦਾ ਵਿਰੋਧ ਹੋਣ ਤੋਂ ਬਾਅਦ ਹਿਟਲਰ ਜਿਹੜਾ ਆ ਉਹ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਦੁਬਾਰਾ ਤਾਰ ਪਾਉਂਦਾ ਔਰ ਕਹਿੰਦਾ ਕਿ ਮੈਂ ਤੁਹਾਡੀਆਂ ਸ਼ਰਤਾਂ ਮੰਨਣ ਨੂੰ ਤਿਆਰ ਹਾਂ ਜੇਕਰ ਤੁਸੀਂ ਮੈਨੂੰ ਉਹ ਸ਼ਹਿਰ ਦਵਾ ਦਿਓ। ਹੁਣ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਹੁੰਦਾ ਉਹ, ਫਰਾਂਸ ਦਾ ਪ੍ਰਧਾਨ ਮੰਤਰੀ, ਇਟਲੀ ਦਾ ਜਿਹੜਾ ਉਸ ਸਮੇਂ ਸ਼ਾਸਕ ਹੁੰਦਾ ਮੋਸੋਲੀਨੀ ਜਿਹੜਾ ਕਿ ਹਿਟਲਰ ਦਾ ਕਾਫੀ ਦੋਸਤ ਹੁੰਦਾ, ਇਹ ਤਿੰਨੇ ਜਾਣੇ ਕੁਝ ਕੁ ਜਿਹੜੇ ਚੈਕਸਲੋਵਾਕੀਆ ਦੇ ਉੱਥੇ ਦੇ ਮੇਨ ਆਗੂ ਹੁੰਦੇ ਉਹਨਾਂ ਨੂੰ ਨਾਲ ਲੈ ਕੇ ਮਿਊਨਿਕ ਸ਼ਹਿਰ ਦੇ ਵਿੱਚ ਪਹੁੰਚ ਜਾਂਦੇ ਆ। ਹਿਟਲਰ ਦੇ ਨਾਲ ਮੁਲਾਕਾਤ ਹੁੰਦੀ ਆ ਔਰ ਹਿਟਲਰ ਨੂੰ ਜਿਹੜਾ ਉਹ ਮਜਬੂਰ ਕੀਤਾ ਜਾਂਦਾ ਕਿ ਉਹ ਜਿਹੜਾ ਉਹ ਸੰਧੀ ਦੇ ਉੱਤੇ ਸਾਈਨ ਕਰੇ। ਹਿਟਲਰ ਸਾਈਨ ਕਰ ਦਿੰਦਾ ਆ ਔਰ ਮੰਨ ਜਾਂਦਾ ਆ ਕਿ ਉਹ ਸ਼ਹਿਰ ਦੇ ਉੱਤੇ ਜਿਹੜਾ ਉਹ ਕਬਜ਼ਾ ਜਰਮਨ ਦਾ ਹੋਊਗਾ, ਬਾਕੀ ਜਿਹੜਾ ਚੈਕਸਲੋਵਾਕੀਆ ਉਹ ਆਜ਼ਾਦ ਰਹੂਗਾ। ਸਾਰੇ ਆਗੂ ਆਪੋ ਆਪਣੇ ਦੇਸ਼ਾਂ ਨੂੰ ਵਾਪਸ ਪਰਤ ਜਾਂਦੇ ਆ ਪਰ ਹਿਟਲਰ ਜਿਹੜਾ ਹੁੰਦਾ ਉਹ ਆਪਣੀ ਨਵੀਂ ਤਿਆਰ ਕੀਤੀ ਫੌਜ ਔਰ ਜਿਹੜੇ ਉਹਨਾਂ ਨੂੰ ਜਿਹੜੇ ਆਧੁਨਿਕ ਹਥਿਆਰ ਵੰਡੇ ਹੁੰਦੇ ਆ ਉਹਨਾਂ ਨੂੰ ਇੱਕ ਵਾਰੀ ਕਿਸੇ ਨਾ ਕਿਸੇ ਦੇਸ਼ ਦੇ ਉੱਤੇ ਵਰਤ ਕੇ ਦੇਖਣਾ ਚਾਹੁੰਦਾ ਹੁੰਦਾ। ਇਸ ਲਈ ਉਹ ਚੈਕਸਲੋਵਾਕੀਆ ਵਾਲੀ ਆਪਣੀ ਹਾਰ ਨੂੰ ਭੁੱਲਿਆ ਨਹੀਂ ਹੁੰਦਾ। ਇਸ ਲਈ ਉਹ ਉੱਥੋਂ ਦੇ ਜਿਹੜੇ ਚੈਕ ਲੋਕ ਹੁੰਦੇ ਆ ਔਰ ਸਲੋਵਾਕੀਅਨ ਲੋਕ ਇਹ ਅਲੱਗ-ਅਲੱਗ ਹੁੰਦੇ ਆ, ਉਹਨਾਂ ਦੇ ਵਿੱਚ ਫੁੱਟ ਪਾਉਂਦਾ ਔਰ ਉੱਥੋਂ ਦੇ ਆਗੂਆਂ ਜਿਹੜੀ ਆ ਉਹ ਚੱਕ ਦੇਣੀ ਸ਼ੁਰੂ ਕਰ ਦਿੰਦਾ, ਜਿਹਦੇ ਕਰਕੇ ਚੈਕਸਲੋਵਾਕੀਆ ਜਿਹੜਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਔਰ ਜਿਹੜਾ ਹਿਟਲਰ ਆ ਉਹ ਚੈਕਸਲੋਵਾਕੀਆ ਦੇ ਉੱਤੇ ਆਰੋਪ ਲਾਉਂਦਾ ਕਿ ਉੱਥੋਂ ਦੇ ਜਰਮਨ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ, ਜਿਹਦੇ ਕਰਕੇ ਮੈਨੂੰ ਹੁਣ ਚੈਕਸਲੋਵਾਕੀਆ ਦੇ ਉੱਤੇ ਹਮਲਾ ਕਰਨਾ ਹੀ ਪੈਣਾ। ਸੋ ਉਹ ਹਮਲਾ ਕਰਦਾ ਔਰ ਉਸ ਦੇਸ਼ ਨੂੰ ਆਪਣੇ ਅਧੀਨ ਕਰ ਲੈਂਦਾ। ਇਹ ਗੱਲ ਜਿਹੜੀ ਹੁੰਦੀ ਆ ਇਹ ਇੰਗਲੈਂਡ ਫਰਾਂਸ ਦੇ ਲਈ ਕਾਫੀ ਬੇਇੱਜ਼ਤੀ ਦਾ ਸਬੱਬ ਬਣਦੀ ਆ ਔਰ ਉੱਥੋਂ ਦੇ ਜਿਹੜੇ ਲੋਕ ਆ ਉਹ ਇਹਨੂੰ ਆਪਣੀ ਹੇਠੀ ਮੰਨਦੇ ਆ। ਸੋ ਉਹ ਆਪਣੇ ਮਨ ਦੇ ਵਿੱਚ ਜਿਹੜਾ ਉਹ ਹਿਟਲਰ ਦੇ ਲਈ ਕਾਫੀ ਖਾਰ ਰੱਖਦੇ ਆ। ਇਸ ਤੋਂ ਬਾਅਦ ਜਿਹੜਾ ਹਿਟਲਰ ਆਪਣਾ ਰੁਖ ਜਿਹੜਾ ਉਹ ਪੋਲੈਂਡ ਦੇਸ਼ ਵੱਲੋਂ ਕਰਦਾ ਔਰ ਪੋਲੈਂਡ ਨੂੰ ਕਹਿੰਦਾ ਆ ਕਿ ਮੈਨੂੰ ਤੁਹਾਡੇ ਦੇਸ਼ ਦੇ ਵਿੱਚੋਂ ਇੱਕ ਕੋਰੀਡੋਰ, ਇੱਕ ਰਸਤਾ ਚਾਹੀਦਾ ਹੈ ਜਿਹੜਾ ਕਿ ਬਾਲਟਿਕ ਸਾਗਰ ਜਿਹਦੀਆਂ ਕਿ ਸੀਮਾਵਾਂ ਜਿਹੜੀਆਂ ਪੋਲੈਂਡ ਦੇ ਨਾਲ ਲੱਗਦੀਆਂ ਸੀ, ਕਿ ਮੈਨੂੰ ਉੱਥੋਂ ਲੈ ਕੇ ਜਰਮਨ ਤੱਕ ਇੱਕ ਰਸਤਾ ਚਾਹੀਦਾ ਜਿਹਦੇ ਰਾਹੀਂ ਮੈਂ ਆਪਣਾ ਜਿਹੜਾ ਵਪਾਰ ਆ ਉਹ ਬਾਲਟਿਕ ਸਾਗਰ ਤੱਕ ਕਰਾਂ। ਜਿਹੜੇ ਪੋਲੈਂਡ ਹੁੰਦਾ ਆ ਉਹ ਲੋਕ ਜਿਹੜੇ ਉਹ ਸਮਝ ਗਏ ਹੁੰਦੇ ਦੇਖ ਕੇ ਆਸਟਰੀਆ ਔਰ ਚੈਕਸਲੋਵਾਕੀਆ ਦਾ ਹਾਲ। ਸੋ ਉਹ ਚਲਾਕ ਹੁੰਦੇ, ਉਹ ਸਮਝ ਜਾਂਦੇ ਆ ਕਿ ਜਿਹੜਾ ਹਿਟਲਰ ਆ ਉਹ ਹੁਣ ਸਾਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਹੁੰਦਾ। ਇਸ ਲਈ ਉਹ ਕਹਿੰਦੇ ਆ ਕਿ ਅਸੀਂ ਜਿਹੜਾ ਹਾਰ ਨਹੀਂ ਮੰਨਾਂਗੇ, ਜੇਕਰ ਹਿਟਲਰ ਸਾਡੇ ਉੱਤੇ ਹਮਲਾ ਕਰੂਗਾ ਤਾਂ ਅਸੀਂ ਵੀ ਉਹਦੇ ਉੱਤੇ ਬਰੋਬਰ ਹਮਲਾ ਕਰਾਂਗੇ। ਇਸ ਲਈ ਉਹ ਮਦਦ ਲੈਣ ਦੇ ਲਈ ਫਰਾਂਸ ਔਰ ਇੰਗਲੈਂਡ ਤੱਕ ਆਪਣੀ ਪਹੁੰਚ ਕਰਦੇ ਆ ਤੇ ਜਿਹੜਾ ਇੰਗਲੈਂਡ ਔਰ ਫਰਾਂਸ ਹੁੰਦਾ ਆ ਉਹ ਵੀ ਇਸ ਜੰਗ ਦੇ ਵਿੱਚ ਨਕਸ਼ੇ ਦੇ ਉੱਤੇ ਉਤਰ ਆਉਂਦਾ ਆ ਔਰ ਉਹ ਕਹਿੰਦੇ ਆ ਕਿ ਜੇਕਰ
ਹੁਣ ਹਿਟਲਰ ਜਿਹੜਾ ਪੋਲੈਂਡ ਦੇ ਉੱਤੇ ਹਮਲਾ ਕਰੂਗਾ ਤਾਂ ਅਸੀਂ ਜਿਹੜਾ ਉਹ ਜਰਮਨ ਦੇ ਉੱਤੇ ਹਮਲਾ ਕਰਾਂਗੇ। ਇਸ ਗੱਲ ਤੋਂ ਜਿਹੜਾ ਹਿਟਲਰ ਹੈ ਉਹ ਡਰ ਜਾਂਦਾ, ਘਬਰਾ ਜਾਂਦਾ ਔਰ ਇੱਕ ਸੰਧੀ ਉਹ ਇਟਲੀ ਦੇ ਨਾਲ ਕਰਦਾ ਔਰ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਜੇਕਰ ਮੈਂ ਇੰਗਲੈਂਡ ਜਾਂ ਫਰਾਂਸ ਦੇ ਉੱਤੇ ਹਮਲਾ ਕਰਾਂ ਤਾਂ ਜਿਹੜਾ ਇਟਲੀ ਆ ਉਹ ਜਰਮਨ ਦੇ ਉੱਤੇ ਹਮਲਾ ਨਹੀਂ ਕਰੂਗਾ। ਇੱਦਾਂ ਦੀ ਇੱਕ ਸੰਧੀ ਜਿਹੜੀ ਉਹ ਰੂਸ ਦੇ ਨਾਲ ਕਰਦਾ ਕਿ ਰੂਸ ਵੀ ਜਿਹੜਾ ਉਹ ਜਰਮਨ ਦੇ ਉੱਤੇ ਹਮਲਾ ਨਹੀਂ ਕਰੂਗਾ ਚਾਹੇ ਮੈਂ ਕਿਸੇ ਵੀ ਦੇਸ਼ ਦੇ ਨਾਲ ਜੰਗ ਕਰਾਂ। ਸੋ ਇੰਨਾ ਕੁਝ ਹੋਣ ਤੋਂ ਬਾਅਦ 1 ਸਤੰਬਰ 1939 ਨੂੰ ਜਿਹੜੀ ਆ ਉਹ ਫਸਟ ਵਰਲਡ ਵਾਰ ਸ਼ੁਰੂ ਹੋ ਜਾਂਦੀ ਹੈ। ਇੱਥੇ ਦੇਖਣੇ ਵਾਲੀ ਗੱਲ ਇਹ ਆ ਕਿ ਜਰਮਨ ਦੇ ਵਿੱਚ ਹਿਟਲਰ, ਇਟਲੀ ਦੇ ਵਿੱਚ ਮੋਸੋਲੀਨੀ, ਰੂਸ ਦੇ ਵਿੱਚ ਜਿਹੜਾ ਉਸ ਸਮੇਂ ਦਾ ਸਟਾਲਿਨ ਸ਼ਾਸਕ ਔਰ ਜਿਹੜਾ ਇੰਗਲੈਂਡ ਆ ਉੱਥੇ ਦਾ ਜਿਹੜਾ ਪ੍ਰਧਾਨ ਮੰਤਰੀ ਨਵਾਂ ਬਣਦਾ ਆ ਉਹ ਵਿੰਸਟਨ ਚਰਚਿਲ ਬਣਦਾ, ਜਿਹਨੂੰ ਕਿ ਰਾਜਨੀਤਿਕ ਤੌਰ ਦੇ ਉੱਤੇ ਕਾਫੀ ਕੂਟਨੀਤਿਕ ਮੰਨਿਆ ਜਾਂਦਾ ਔਰ ਪ੍ਰਧਾਨ ਮੰਤਰੀ ਜਿਹੜੇ ਟੌਪ ਦੇ ਅੱਜ ਤੱਕ ਰਹੇ ਉਹਨਾਂ ਦੇ ਵਿੱਚ ਉਹਦਾ ਨਾਂ ਸ਼ੁਮਾਰ ਹੁੰਦਾ। ਸੋ ਇਹ ਜਿੰਨੇ ਵੀ ਮੇਨ ਮੁੱਖ ਆਗੂ ਆ ਇਹ ਸੈਕੰਡ ਵਰਲਡ ਵਾਰ ਦਾ ਇੱਕੋ ਸਮੇਂ ਹਿੱਸਾ ਰਹੇ। ਇਹ ਇੱਕ ਬੜੀ ਅਨੋਖੀ ਤੇ ਅਲੱਗ ਗੱਲ ਸੀ। ਸੋ ਫਸਟ ਵਰਲਡ ਵਾਰ ਸ਼ੁਰੂ ਹੋ ਜਾਂਦੀ ਆ ਔਰ ਜਿਹੜੀ ਕਿ 5 ਸਾਲ 8 ਮਹੀਨੇ ਔਰ 6 ਦਿਨ ਲਗਾਤਾਰ ਚੱਲਦੀ ਆ, ਜਿਹਦੇ ਵਿੱਚ 4 ਕਰੋੜ ਤੋਂ ਲੈ ਕੇ 5 ਕਰੋੜ ਤੱਕ ਲੋਕਾਂ ਦੀ ਮੌਤ ਹੁੰਦੀ ਆ ਔਰ ਲੱਖਾਂ ਹੀ ਜਰਮਨ ਔਰਤਾਂ ਦੇ ਬਲਾਤਕਾਰ ਕੀਤੇ ਜਾਂਦੇ ਆ। ਇਹ ਜਿਹੜੇ ਲੋਕ ਕਹਿੰਦੇ ਆ ਨਾ ਕਿ ਸਾਨੂੰ ਜਿਹੜੇ ਆ ਗੋਰੇ ਲੋਕ ਜਿਹੜੇ ਆ ਉਹ ਬੜੇ ਦਿਆਲੂ ਹੁੰਦੇ ਆ ਜਾਂ ਜਿਹੜੇ ਗੋਰੇ ਲੋਕ ਆ ਉਹਨਾਂ ਨੂੰ ਰਾਜ ਕਰਨ ਦਾ ਬੜਾ ਢੰਗ ਆ ਜਾਂ ਉਹ ਬੜੇ ਚੰਗੇ ਹੁੰਦੇ ਆ, ਉਹਨਾਂ ਨੂੰ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਜਿਹੜੀ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਇਹ ਦੋਨੇ ਯੂਰਪ ਦੇ ਵਿੱਚ ਗੋਰਿਆਂ ਵੱਲੋਂ ਲੜੀਆਂ ਗਈਆਂ ਸੀਗੀਆਂ ਔਰ ਇਹਦੇ ਵਿੱਚ ਜਿਹੜੇ ਕਾਨੂੰਨ ਹੁੰਦੇ ਆ ਜੰਗ ਦੇ ਉਹਨਾਂ ਦੀ ਰੱਜ ਕੇ ਉਲੰਘਣਾ ਕੀਤੀ ਗਈ ਸੀ ਔਰ ਔਰਤਾਂ ਨੂੰ ਵੀ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਸੀ ਉਹਨਾਂ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ। ਜਿਹੜੀਆਂ ਜਰਮਨ ਔਰਤਾਂ ਸੀਗੀਆਂ ਉਹਨਾਂ ਦੇ ਉੱਤੇ ਰੂਸ, ਫਰਾਂਸ ਔਰ ਇੰਗਲੈਂਡ ਦੀਆਂ ਫੌਜਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਰੇਪ ਕੀਤੇ ਗਏ ਸੀ, ਜਿਹਦੇ ਕਾਰਨ ਹਜ਼ਾਰਾਂ ਬੱਚੇ ਉਸ ਸਮੇਂ ਜਰਮਨ ਦੇ ਵਿੱਚ ਪੈਦਾ ਹੋਏ ਸੀ, ਜਿਨ੍ਹਾਂ ਬੱਚਿਆਂ ਨੂੰ ਇਹ ਨਹੀਂ ਸੀ ਪਤਾ ਕਿ ਸਾਡਾ ਜਿਹੜਾ ਬਾਪ ਹੈ ਉਹ ਰਸ਼ੀਅਨ ਆ, ਇੰਗਲਿਸ਼ ਆ ਜਾਂ ਉਹ ਫ੍ਰੈਂਚ ਆ। ਇਸ ਤਰ੍ਹਾਂ ਜਿਹੜੀ ਇਹ ਜੰਗ ਖਤਮ ਹੁੰਦੀ ਆ। ਇਸ ਜੰਗ ਦੀ ਜਿੰਨੀ ਵੀ ਸਟੋਰੀ ਆ ਜਾਂ ਕਹਾਣੀ ਆ ਇਹ ਇੱਕ ਅਲੱਗ ਵੀਡੀਓ ਜਿਹੜੀ ਬਣਾ ਕੇ ਉਹ ਤੁਹਾਡੇ ਸਾਹਮਣੇ ਪੇਸ਼ ਕਰੂੰਗਾ, ਪਰ ਇਹਦੀਆਂ ਕੁਝ ਪ੍ਰਮੁੱਖ ਘਟਨਾਵਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਜਰਮਨ ਆ ਉਹ ਸਭ ਤੋਂ ਪਹਿਲਾ ਹਮਲਾ ਜਿਹੜਾ ਉਹ ਪੋਲੈਂਡ ਦੇ ਉੱਤੇ ਕਰਦਾ ਆ। ਪੋਲੈਂਡ ਨੂੰ ਹਰਾਉਣ ਤੋਂ ਬਾਅਦ ਉਹ ਜਿਹੜਾ ਆਪਣਾ ਅਗਲਾ ਰੁੱਖ ਆ ਉਹ ਫਰਾਂਸ ਵੱਲ ਨੂੰ ਕਰ ਲੈਂਦਾ। ਫਰਾਂਸ ਦੀ ਰਾਜਧਾਨੀ ਜਿਹੜੀ ਪੈਰਿਸ ਆ ਉਹਨੂੰ ਜਿੱਤਣ ਤੋਂ ਬਾਅਦ ਉਹਦਾ ਅਗਲਾ ਹਮਲੇ ਦਾ ਸ਼ਿਕਾਰ ਜਿਹੜਾ ਉਹ ਇੰਗਲੈਂਡ ਹੁੰਦਾ ਆ। ਇੰਗਲੈਂਡ ਦੇ ਉੱਤੇ ਲਗਾਤਾਰ ਹਮਲੇ ਕਰਦਾ ਪਰ ਇੰਗਲੈਂਡ ਜਿਹੜਾ ਉਹ ਜਰਮਨ ਦੀ ਕੋਈ ਵੀ ਵਾਹ ਚੱਲਣ ਨਹੀਂ ਦਿੰਦਾ ਔਰ ਇੰਗਲੈਂਡ ਨੂੰ ਹਰਾਉਣ ਦਾ ਜਦੋਂ ਸਬਬ ਕੋਈ ਨਹੀਂ ਬਣਦਾ ਤਾਂ ਜਰਮਨ ਜਿਹੜਾ ਉਹ ਆਪਣਾ ਰੁੱਖ ਜਿਹੜਾ ਉਹ ਰਸ਼ੀਆ ਵੱਲੋਂ ਕਰ ਲੈਂਦਾ। ਇੱਥੇ ਦੇਖਣੇ ਵਾਲੀ ਗੱਲ ਇਹ ਆ ਕਿ ਇੱਕ ਪਾਸੇ ਤਾਂ ਜਿਹੜਾ ਹਿਟਲਰ ਆ ਉਹ ਰਸ਼ੀਆ ਦੇ ਨਾਲ ਸੰਧੀ ਕਰਦਾ ਕਿ ਅਸੀਂ ਆਪਸ ਦੇ ਵਿੱਚ ਕੋਈ ਜੰਗ ਨਹੀਂ ਕਰਾਂਗੇ ਤੇ ਦੂਜੇ ਪਾਸੇ ਉਹ ਰਸ਼ੀਆ ਦੇ ਉੱਤੇ ਹਮਲਾ ਕਰ ਦਿੰਦਾ ਹੈ। ਇਹਦਾ ਵੀ ਇੱਕ ਕਾਰਨ ਸੀ ਕਿ ਜਿਹੜਾ ਹਿਟਲਰ ਆ ਉਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਪਰਮਾਤਮਾ ਨੇ, ਰੱਬ ਨੇ ਜਦੋਂ ਵੀ ਧਰਤੀ ਬਣਾਈ ਸੀ ਤਾਂ ਉਹਨੇ ਇਹਦੀ ਵੰਡ ਨਹੀਂ ਸੀ ਕੀਤੀ ਕਿ ਆਹ ਲੋਕਾਂ ਦੇ ਲਈ ਇੰਨੀ ਧਰਤੀ ਦਾ ਹਿੱਸਾ ਹੋਊਗਾ ਜਾਂ ਆਹ ਲੋਕਾਂ ਦੇ ਲਈ ਇੰਨਾ ਧਰਤੀ ਦਾ ਹਿੱਸਾ ਹੋਊਗਾ। ਇਹ ਜਿਹੜੀਆਂ ਧਰਤੀ ਦੇ ਉੱਤੇ ਲੀਕਾਂ ਖਿੱਚੀਆਂ ਇਹ ਮਨੁੱਖ ਦਾ ਕੰਮ ਆ। ਅਲੱਗ-ਅਲੱਗ ਦੇਸ਼ਾਂ ਦੇ ਭੂ-ਭਾਗ ਜਿਹੜੇ ਮੱਲ ਕੇ ਬਹਿ ਗਏ ਆ ਇਹ ਸਭ ਦੇਸ਼ਾਂ ਨੇ ਆਪਣੇ ਕਾਨੂੰਨ ਬਣਾਏ ਹੋਏ ਆ, ਕੋਈ ਰੱਬ ਦਾ ਕਾਨੂੰਨ ਨਹੀਂ ਹੈਗਾ। ਕਿਉਂਕਿ ਉਸ ਸਮੇਂ ਜਿਹੜੀ ਜਰਮਨ ਦੀ ਜਨਸੰਖਿਆ ਸੀ ਉਹਦੀ ਗਿਣਤੀ ਸੀਗੀ 5.5 ਤੋਂ 6 ਕਰੋੜ ਔਰ ਇਹ ਤੋਂ ਥੋੜੀ ਬਹੁਤੀ ਵਾਧੀ ਜਿਹੜੀ ਰਸ਼ੀਆ ਦੀ ਹੋ ਸਕਦੀ ਆ। ਰਸ਼ੀਆ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਸੀ ਤੇ ਬਲਕਿ ਜਿਹੜਾ ਜਰਮਨ ਹੁੰਦਾ ਆ ਉਹਦੀਆਂ ਜਿਹੜੀਆਂ ਸੀਮਾਵਾਂ ਆ ਉਹ ਰਸ਼ੀਆ ਦੇ ਮੁਕਾਬਲੇ ਬਹੁਤ ਘੱਟ ਹੁੰਦੀਆਂ ਔਰ ਇਸ ਲਈ ਜਿਹੜਾ ਹਿਟਲਰ ਹੁੰਦਾ ਆ ਉਹ ਚਾਹੁੰਦਾ ਹੁੰਦਾ ਹੈ ਕਿ ਜਿਹੜਾ ਰਸ਼ੀਆ ਆ ਉਹਦੇ ਵਿੱਚ ਜਿਹੜਾ ਜਰਮਨ ਦਾ ਵਿਸਤਾਰ ਕੀਤਾ ਜਾਵੇ ਔਰ ਜਰਮਨ ਲੋਕ ਜਿਹੜੇ ਆ ਉਹਨਾਂ ਨੂੰ ਉੱਥੇ ਜਾ ਕੇ ਵਸਾਇਆ ਜਾਵੇ। ਸੋ ਇਸ ਲਈ ਉਹ ਜਿਹੜਾ ਹਿਟਲਰ ਹੁੰਦਾ ਆ ਉਹ ਆਪਣੀ ਫੌਜ ਦੇ ਨਾਲ ਜਿਹੜਾ ਰਸ਼ੀਆ ਦੇ ਉੱਤੇ ਹਮਲਾ ਕਰ ਦਿੰਦਾ ਔਰ ਪਹਿਲੇ ਹਲੇ ਜਿਹੜਾ ਰਸ਼ੀਆ ਨੂੰ ਉਹ ਪਿੱਛੇ ਧੱਕ ਕੇ ਉਹਦੀ ਰਾਜਧਾਨੀ ਤੱਕ ਲੈ ਜਾਂਦਾ ਔਰ ਇੰਨੇ ਨੂੰ ਕੀ ਹੁੰਦਾ ਹੈ ਕਿ ਜਿਹੜਾ ਰਸ਼ੀਆ ਹੁੰਦਾ ਆ ਉੱਥੇ ਸਿਆਲ ਸ਼ੁਰੂ ਹੋ ਜਾਂਦੇ ਆ। ਰਸ਼ੀਆ ਦੇ ਵਿੱਚ ਇੱਕ ਗੱਲ ਹੁੰਦੀ ਆ ਮਸ਼ਹੂਰ ਜਿਹੜੀ ਆ ਕਿ ਜਦੋਂ ਵੀ ਰਸ਼ੀਆ ਦੇ ਉੱਤੇ ਕਿਸੇ ਨੇ ਹਮਲਾ ਕਰਨਾ ਹੁੰਦਾ ਸੀ ਉਹ ਹਮੇਸ਼ਾ ਗਰਮੀਆਂ ਦੇ ਦਿਨਾਂ ਦੇ ਵਿੱਚ ਕਰਦਾ ਹੁੰਦਾ ਸੀ ਕਿਉਂਕਿ ਜਿਹੜਾ ਰਸ਼ੀਆ ਸੀ ਉਹਦੀਆਂ ਜਿਹੜੀਆਂ ਸਿਆਲ ਸੀ ਜਾਂ ਸਰਦੀਆਂ ਸੀਗੀਆਂ ਉਹ ਐਡੀਆਂ ਕੁ ਭਿਆਨਕ ਸੀਗੀਆਂ ਕਿ ਉੱਥੇ ਰਸ਼ੀਅਨ ਲੋਕ ਜਿਹੜਾ ਸਰਵਾਈਵ ਕਰ ਸਕਦੇ ਸੀ। ਇਸ ਲਈ ਜਦੋਂ ਵੀ ਨਪੋਲੀਅਨ ਨੇ ਪਹਿਲਾ ਹਮਲਾ ਕੀਤਾ ਉਹਨੇ ਵੀ ਗਰਮੀਆਂ ਨੂੰ ਹੀ ਕੀਤਾ ਔਰ ਹੁਣ ਜਿਹੜਾ ਹਿਟਲਰ ਨੇ ਹਮਲਾ ਕੀਤਾ ਸੀ ਉਹ ਵੀ ਗਰਮੀਆਂ ਦੇ ਦਿਨਾਂ ਦੇ ਵਿੱਚ ਹੀ ਕੀਤਾ ਸੀ। ਇਸ ਲਈ ਜਦੋਂ ਹਿਟਲਰ ਹਮਲਾ ਕਰਦਾ ਆ ਉਦੋਂ ਤਾਂ ਗਰਮੀਆਂ ਸੀ ਪਰ ਜੰਗ ਲੜਦੇ ਤੱਕ ਸਿਆਲ ਆ ਜਾਂਦੇ ਆ ਜਿਹਦੇ ਕਾਰਨ ਜੰਗ ਰੋਕਣੀ ਪੈਂਦੀ ਆ। ਇੰਨੇ ਨੂੰ ਕਿ ਜਿਹੜੀ ਰੂਸ ਦੀ ਫੌਜ ਹੁੰਦੀ ਆ ਉਹ ਵੀ ਨਵੇਂ ਸਾਹ ਹੋ ਜਾਂਦੀ ਆ ਔਰ ਜਦੋਂ ਅਗਲੀਆਂ ਗਰਮੀਆਂ ਆਉਂਦੀਆਂ ਦੋਨੇ ਫੌਜਾਂ ਦੇ ਵਿੱਚ ਹਮਲੇ ਜਾਰੀ ਹੁੰਦੇ ਆ, ਸ਼ੁਰੂ ਹੁੰਦੇ ਆ ਕਹਿ ਸਕਦੇ ਆ।
ਤਾਂ ਉਦੋਂ ਜਿਹੜੀ ਰੂਸ ਦੀ ਫੌਜ ਆ ਉਹ ਜਰਮਨ ਦੀ ਫੌਜ ਨੂੰ ਪਿੱਛੇ ਧੱਕਣਾ ਸ਼ੁਰੂ ਕਰ ਦਿੰਦੀ ਆ ਔਰ ਧੱਕਦੀ ਜਿਹੜੀ ਉਹ ਬਰਲਿਨ ਤੱਕ ਲੈ ਆਉਂਦੀ ਆ। ਇਹ ਉਹ ਸਮਾਂ ਹੁੰਦਾ ਜਦੋਂ ਹਿਟਲਰ ਦੇ ਪੁੱਠੇ ਦਿਨ ਸ਼ੁਰੂ ਹੋ ਜਾਂਦੇ ਆ, ਕਿਉਂਕਿ ਹਿਟਲਰ ਜਿਹੜਾ ਹੁੰਦਾ ਆ ਉਹ ਜਰਮਨ ਦੀ ਜਿਹੜੀ ਲੋਕ ਸਭਾ ਜਿਹਨੂੰ ਰਾਈਸਟੈਗ ਕਹਿੰਦੇ ਆ ਉੱਥੇ ਸ਼ਰਨ ਲੈ ਕੇ ਬੈਠਿਆ ਹੁੰਦਾ ਔਰ ਉਹ ਬਰਲਿਨ ਦੇ ਵਿੱਚ ਹੁੰਦੀ ਆ। ਹਿਟਲਰ ਨੂੰ ਆਪਣੀ ਮੌਤ ਜਿਹੜੀ ਉਹ ਬਿਲਕੁਲ ਸਾਹਮਣੇ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਆ। ਇਸ ਲਈ ਜਿਹੜਾ ਹਿਟਲਰ ਆ ਉਹਦੀ ਗਰਲਫ੍ਰੈਂਡ ਜਿਹੜੀ ਈਵਾ ਬਰਾਉਨ ਹੁੰਦੀ ਆ ਔਰ ਕੁਝ ਪ੍ਰਮੁੱਖ ਜਿਹੜੇ ਲੋਕ ਹਿਟਲਰ ਦੇ ਨਾਲ ਹੁੰਦੇ ਆ ਉਹਨਾਂ ਨੂੰ ਲੈ ਕੇ ਉਹ ਰਾਈਸਟੈਗ ਦੀ ਜਿਹੜੀ ਬੇਸਮੈਂਟ ਹੁੰਦੀ ਆ ਉੱਥੇ ਚਲਿਆ ਜਾਂਦਾ ਆ, ਕਿਉਂਕਿ ਹੁਣ ਉਹਨੂੰ ਪਤਾ ਹੁੰਦਾ ਹੈ ਕਿ ਮੇਰੀ ਜਿਹੜੀ ਮੌਤ ਹੈ ਉਹ ਨਜ਼ਦੀਕ ਆ। ਇਸ ਲਈ ਸਭ ਤੋਂ ਪਹਿਲਾਂ ਉਹ ਜਿੰਨੇ ਵੀ ਆਪਣੇ ਅਹੁਦੇ ਹੁੰਦੇ ਉਹਨਾਂ ਤੋਂ ਅਸਤੀਫਾ ਦਿੰਦਾ ਆ, ਨਵੇਂ ਲੋਕਾਂ ਨੂੰ ਉਹਦੇ ਉੱਤੇ ਨਿਯੁਕਤ ਕਰਦਾ ਆ ਔਰ ਸ਼ਾਮ ਨੂੰ ਉਹ ਆਪਣੀ ਜਿਹੜੀ ਗਰਲਫ੍ਰੈਂਡ ਹੁੰਦੀ ਆ ਈਵਾ ਬਰਾਉਨ ਉਹਦੇ ਨਾਲ ਵਿਆਹ ਕਰਵਾਉਂਦਾ। ਵਿਆਹ ਕਰਵਾਉਣ ਤੋਂ ਬਾਅਦ ਉਹ ਜਿਹੜੀਆਂ ਜ਼ਹਿਰ ਦੀਆਂ ਗੋਲੀਆਂ ਹੁੰਦੀਆਂ ਆ ਰੱਖੀਆਂ ਉਹਨੇ ਉਹ ਆਪਣੀਆਂ ਸਾਰੀਆਂ ਨੌਕਰਾਣੀਆਂ ਨੂੰ ਦੇਂਦਾ ਆ ਔਰ ਕਹਿੰਦਾ ਕਿ ਜੇਕਰ ਰਸ਼ੀਆ ਦੀ ਫੌਜ ਇੱਥੇ ਹਮਲਾ ਕਰ ਦਿੰਦੀ ਆ ਤਾਂ ਤੁਸੀਂ ਇਹ ਜਿਹੜੀਆਂ ਜ਼ਹਿਰ ਦੀਆਂ ਗੋਲੀਆਂ ਖਾ ਲਿਓ ਔਰ ਰਸ਼ੀਅਨ ਲੋਕਾਂ ਦੇ ਹੱਥ ਆਉਣ ਤੋਂ ਤੁਹਾਨੂੰ ਇਹ ਚੰਗਾ ਕਿ ਤੁਸੀਂ ਜ਼ਹਿਰ ਦੀਆਂ ਗੋਲੀਆਂ ਖਾ ਕੇ ਮਰ ਜਾਓ। ਹਾਲਾਂਕਿ ਹਿਟਲਰ ਨੂੰ ਜਿਹੜੇ ਉੱਥੇ ਲੋਕ ਹੁੰਦੇ ਆ ਉਹ ਕਹਿੰਦੇ ਆ ਕਿ ਤੂੰ ਹਜੇ ਭੱਜ ਸਕਦਾ, ਭੱਜ ਜਾ ਔਰ ਦੁਬਾਰਾ ਕੋਈ ਇੱਦਾਂ ਹੀ ਰਣਨੀਤੀ ਬਣਾ ਕੇ ਤੂੰ ਜਰਮਨ ਦੇ ਉੱਤੇ ਰਾਜ ਕਰ ਸਕਦਾ। ਪਰ ਜਿਹੜਾ ਹਿਟਲਰ ਹੁੰਦਾ ਆ ਉਹ ਬਿਲਕੁਲ ਮਨਾ ਕਰ ਦਿੰਦਾ ਆ ਔਰ ਕਹਿੰਦਾ ਕਿ ਮੈਂ ਜਿਹੜਾ ਉਹ ਹੁਣ ਮੇਰੀ ਮੌਤ ਦਾ ਸਮਾਂ ਆ ਗਿਆ, ਮੈਂ ਹੁਣ ਭੱਜਣਾ ਨਹੀਂ ਚਾਹੁੰਦਾ। ਸੋ ਇਸ ਲਈ ਉਹ ਦੋਨੇ ਤੀਮੀ ਆਦਮੀ ਜਿਹੜੇ ਉਹ ਆਪਣੇ ਕਮਰੇ ਦੇ ਵਿੱਚ ਚੱਲ ਜਾਂਦੇ ਆ ਜਸ਼ਨ ਮਨਾ ਕੇ ਔਰ ਕੁਝ ਕੁ ਮਿੰਟਾਂ ਬਾਅਦ ਜਿਹੜੀ ਆ ਉਹ ਅੰਦਰੋਂ ਫਾਇਰ ਦੀ ਆਵਾਜ਼ ਆਉਂਦੀ ਆ ਤੇ ਜਦੋਂ ਜਾ ਕੇ ਬੂਹਾ ਖੋਲ੍ਹਿਆ ਜਾਂਦਾ ਤਾਂ ਕੀ ਦੇਖਦੇ ਆ ਕਿ ਜਿਹੜੀ ਈਵਾ ਬਰਾਉਨ ਹੁੰਦੀ ਆ ਉਹਨੇ ਜ਼ਹਿਰ ਦੀ ਗੋਲੀ ਖਾ ਲਈ ਹੁੰਦੀ ਆ ਔਰ ਜਿਹੜਾ ਹਿਟਲਰ ਆ ਉਹ ਆਪਣੀ ਪੁੜਪੜੀ ਦੇ ਵਿੱਚ ਗੋਲੀ ਮਾਰ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲੈਂਦਾ। ਤੇ ਜਦੋਂ ਉਹਦੀ ਉੱਥੇ ਪਈ ਉਹ ਵਸੀਅਤ ਪੜ੍ਹੀ ਜਾਂਦੀ ਆ ਤਾਂ ਉਹਦੇ ਉੱਤੇ ਲਿਖਿਆ ਹੁੰਦਾ ਕਿ ਨਾ ਤਾਂ ਮੈਂ ਜੀਂਦੇ ਜੀ ਔਰ ਨਾ ਮਰ ਕੇ ਜਿਹੜੀ ਮੇਰੀ ਲੋਥ ਆ ਉਹ ਦੁਸ਼ਮਣ ਫੌਜਾਂ ਦੇ ਹੱਥ ਆਵੇ ਔਰ ਮੇਰਾ ਜਿਹੜਾ ਸੰਸਕਾਰ ਹੈ ਉਹ ਇੱਥੇ ਕਰਤਾ ਜਾਵੇ। ਸੋ ਇਸ ਲਈ ਹਿਟਲਰ ਔਰ ਉਹਦੀ ਤੀਵੀਂ ਜਿਹੜੀ ਦੋਨਾਂ ਦੀਆਂ ਲੋਥਾਂ ਚੱਕ ਕੇ ਰਾਈਸਟੈਗ ਦਾ ਜਿਹੜਾ ਬਰਾਂਡਾ ਹੁੰਦਾ ਉੱਥੇ ਲਿਆਂਦੀਆਂ ਜਾਂਦੀਆਂ ਔਰ ਉਹਨਾਂ ਨੂੰ ਪੈਟਰੋਲ ਪਾ ਕੇ ਸਾੜਿਆ ਜਾਂਦਾ। ਜਦ ਤੱਕ ਉਹ ਦੋਨੇ ਦੇਹਾਂ ਪੂਰੀ ਤਰ੍ਹਾਂ ਨਹੀਂ ਸੜਦੀਆਂ ਉਹਨਾਂ ਦੇ ਉੱਤੇ ਪੈਟਰੋਲ ਬਾਰ-ਬਾਰ ਛਿੜਕਿਆ ਜਾਂਦਾ ਔਰ ਪੂਰੀ ਤਰ੍ਹਾਂ ਸੜਨ ਤੋਂ ਬਾਅਦ ਜਿਹੜੀ ਉਹਨਾਂ ਦੀ ਸੁਆਹ ਹੁੰਦੀ ਆ ਉਹਨੂੰ ਉੱਥੇ ਰਾਈਸਟੈਗ ਦੇ ਵਿੱਚ ਹੀ ਮਿੱਟੀ ਦਾ ਟੋਆ ਪੱਟ ਕੇ ਦੱਬ ਦਿੱਤਾ ਜਾਂਦਾ ਆ ਔਰ ਜਿਹੜੇ ਉੱਥੇ ਦੇ ਲੋਕ ਹੁੰਦੇ ਬਾਕੀ ਦੇ ਬਚਦੇ ਆ, ਕੁਛ ਕੁ ਜਿਹੜੇ ਉਹ ਜ਼ਹਿਰ ਦੀ ਗੋਲੀਆਂ ਖਾ ਲੈਂਦੇ ਆ ਔਰ ਕੁਛ ਕੁ ਜਿਹੜੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਨੂੰ ਕੋਈ ਰਸ਼ੀਅਨ ਫੌਜ ਫੜ ਲੈਂਦੀ ਆ। ਇਸ ਤਰ੍ਹਾਂ ਜਿਹੜਾ ਦੁਨੀਆ ਦਾ ਇੱਕ ਮਹਾਨ ਤਾਨਾਸ਼ਾਹ ਐਡੋਲਫ ਹਿਟਲਰ ਆ ਉਹਦਾ ਇੱਕ ਦਰਦਨਾਕ ਅੰਤ ਹੁੰਦਾ। ਆਪ ਤਾਂ ਮਰਿਆ ਉਹ ਪੂਰੇ ਜਰਮਨ ਦੇਸ਼ ਨੂੰ ਵੀ ਲੈ ਬੈਠਾ, ਜਿੰਨੀਆਂ ਕੁ ਉਹਦੀਆਂ ਸੀਮਾਵਾਂ ਹੁੰਦੀਆਂ ਉਹ ਦੁਬਾਰਾ ਫੇਰ ਤੋਂ ਸੰਗੇੜ ਕੇ ਉੱਥੇ ਹੀ ਲੈ ਆਂਦੀਆਂ ਜਾਂਦੀਆਂ ਔਰ ਜਰਮਨ ਨੂੰ ਕੱਟ ਵੱਢ ਕੇ ਇੰਨਾ ਕੁ ਛੋਟਾ ਕਰ ਦਿੱਤਾ ਜਾਂਦਾ ਕਿ ਤਾਂ ਕਿ ਉਹ ਦੁਬਾਰਾ ਸਿਰ ਨਾ ਚੱਕ ਸਕੇ। ਹਾਲਾਂਕਿ ਜਿਹੜਾ ਹਿਟਲਰ ਹੁੰਦਾ ਇਹ ਤੋਂ ਪਹਿਲਾਂ ਬਿਸਮਾਰਕ ਔਰ ਫੈਡਰਿਕ ਮਹਾਨ ਜਿਹੜੇ ਆ ਉਹ ਇਸ ਜਰਮਨ ਦੇ ਵਿੱਚ ਜਨਮ ਲੈ ਚੁੱਕੇ ਸੀ ਔਰ ਜਰਮਨ ਨੂੰ ਉਹਨਾਂ ਨੇ ਮਹਾਨ ਬਣਾਉਣ ਦੇ ਵਿੱਚ ਪੂਰੀਆਂ ਕੋਸ਼ਿਸ਼ਾਂ ਸਿਰ ਤੋੜ ਤੱਕ ਦੀਆਂ ਕੀਤੀਆਂ ਹੁੰਦੀਆਂ ਔਰ ਜਿਨ੍ਹਾਂ ਦਾ ਨਾਮ ਅੱਜ ਤੱਕ ਵੀ ਜਰਮਨ ਦੇ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ। ਇਸ ਤੋਂ ਬਾਅਦ ਜਿਹੜਾ ਜਰਮਨ ਹੈ ਉਹਨੂੰ ਕਾਫੀ ਛੋਟਾ ਕਰ ਦਿੱਤਾ ਜਾਂਦਾ ਔਰ ਉਹਦੇ ਉੱਤੇ ਕਾਫੀ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਔਰ ਇਸ ਤਰ੍ਹਾਂ ਹੁੰਦਾ ਹੈ ਜੀ ਐਡੋਲਫ ਹਿਟਲਰ ਦਾ ਅੰਤ। ਔਰ ਇਹ ਜਿਹੜੀਆਂ ਜੰਗਾਂ ਆ ਸੈਕੰਡ ਵਰਲਡ ਵਾਰ ਦੀਆਂ ਇਹਦੇ ਵਿੱਚ ਜਾਪਾਨ ਵੀ ਹਿੱਸਾ ਲੈਂਦਾ ਆ ਔਰ ਜਿਹੜਾ ਕਿ ਛੋਟੇ ਮੁਲਕ ਹੁੰਦੇ ਆ, ਚਾਹੇ ਉਹ ਬਰਮਾ ਆ, ਚਾਹੇ ਉਹ ਸਿੰਗਾਪੁਰ ਆ ਜਾਂ ਹਾਂਗਕਾਂਗ ਆ, ਇਹਨਾਂ ਦੇ ਉੱਤੇ ਜਿਹੜਾ ਉਹ ਬ੍ਰਿਟਿਸ਼ ਕਲੋਨੀਆਂ ਸੀਗੀਆਂ ਉਦੋਂ ਤੇ ਉੱਥੇ ਜਿਹੜੀ ਆ ਸਿੱਖ ਰੈਜੀਮੈਂਟ ਆ ਉਹਨਾਂ ਨੂੰ ਵੀ ਘੱਲਿਆ ਗਿਆ ਸੀਗਾ ਤਾਂ ਕਿ ਉਹ ਜਰਮਨ ਜਿਹੜੀਆਂ ਫੌਜਾਂ ਉਹਨਾਂ ਦਾ ਮੁਕਾਬਲਾ ਕਰ ਸਕਣ। ਇਸ ਲਈ ਜਦੋਂ ਜਰਮਨ ਫੌਜ ਮਾਫ ਕਰਨਾ ਜਿਹੜੀ ਜਾਪਾਨ ਫੌਜ ਹੁੰਦੀ ਆ ਉਹ ਜਦੋਂ ਹਮਲਾ ਕਰਦੀ ਆ ਤਾਂ ਇੱਥੇ ਜਿੰਨੇ ਵੀ ਸਿੱਖ ਫੌਜੀ ਹੁੰਦੇ ਕਾਫੀਆਂ ਨੂੰ ਬੰਦਕ ਬਣਾ ਲਿਆ ਜਾਂਦਾ, ਜਿਨ੍ਹਾਂ ਦੇ ਵਿੱਚ ਇੱਕ ਸਰਦਾਰ ਮੋਹਨ ਸਿੰਘ ਵੀ ਹੁੰਦਾ ਹੈ। ਹੁਣ ਸਰਦਾਰ ਮੋਹਨ ਸਿੰਘ ਕੌਣ ਸੀ, ਉਹਦਾ ਕੀ ਜੀਵਨ ਸੀਗਾ, ਉਹ ਮੈਂ ਇੱਕ ਛੋਟੀ ਜਿਹੀ ਵੀਡੀਓ 5-6 ਮਿੰਟ ਦੀ ਬਣਾਉਂਗਾ ਕਿਉਂਕਿ ਉਹ ਵੀ ਇਹਦੇ ਨਾਲ ਹੀ ਦੱਸਣੀ ਜ਼ਰੂਰੀ ਆ ਕਿਉਂਕਿ ਉਹਦਾ ਜਿਹੜਾ ਜੀਵਨ ਆ ਉਹਨੂੰ ਕਾਫੀ ਲੁਕੋ ਕੇ ਰੱਖਿਆ ਗਿਆ ਔਰ ਉਹਦੇ ਬਾਰੇ ਘੱਟ ਲੋਕਾਂ ਨੂੰ ਪਤਾ ਆ ਔਰ ਉਹਦੀ ਜਿਹੜੀ ਜਾਣਕਾਰੀ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ 1-2 ਦਿਨ ਦੇ ਵਿੱਚ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰੂੰਗਾ। ਜੁੜੇ ਰਹੋ, ਜ਼ਰੂਰ ਦੇਖਿਓ ਵੀਡੀਓ ਔਰ ਬਹੁਤ ਇੰਟਰਸਟਿੰਗ ਹੋਊਗੀ। ਸੋ ਇੰਨੀਆਂ ਗੱਲਾਂ ਕਰਦਾ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ ਆ। ਕਿਸੇ ਵੀ ਭੁੱਲ ਚੁੱਕ ਦੇ ਲਈ ਮਾਫੀ। ਹੱਸਦੇ ਰਹੋ, ਵਸਦੇ ਰਹੋ, ਰੱਬ ਰੱਖਾ।